Good morning students. Now we will start the topic number 3rd of 6th chapter. ਅੱਜ ਆਪਾਂ ਗੱਲ ਕਰਨੀ ਆ laws of production ਬਾਰੇ। ਠੀਕ ਹੈ, ਉਤਪਾਦਨ ਦੇ ਕਿਹੜੇ-ਕਿਹੜੇ ਨਿਯਮ ਨੇ। ਠੀਕ ਹੈ, ਆਪਾਂ ਦੇਖੋ ਇੱਥੇ ਲਿਖਿਆ ਹੋਇਆ laws of production ਮਤਲਬ ਪ੍ਰੋਡਕਸ਼ਨ ਦਾ ਕੋਈ ਇੱਕ ਨਿਯਮ ਨਹੀਂ। ਠੀਕ ਹੈ, ਪ੍ਰੋਡਕਸ਼ਨ ਦੇ ਦੋ ਨਿਯਮ ਹੁੰਦੇ ਆ। ਠੀਕ ਹੈ, ਇਹਦੇ ਦੋ laws ਹੁੰਦੇ ਆ ਜਿਹਨੂੰ ਕਿ ਰਿਟਰਨਸ ਟੂ ਫੈਕਟਰ ਤੇ ਰਿਟਰਨਸ ਟੂ ਸਕੇਲ ਕਿਹਾ ਜਾਂਦਾ। ਪੰਜਾਬੀ ਦੇ ਵਿੱਚ ਇਹਨੂੰ ਸਾਧਨਾਂ ਦੇ ਪ੍ਰਤੀਫਲ ਅਤੇ ਪੈਮਾਨੇ ਦੇ ਪ੍ਰਤੀਫਲ ਕਿਹਾ ਜਾਂਦਾ। हाँ, तुसी अपनी बुक में देखते हो कि लॉज ए प्रोडक्शन बारे एक टेबल बनया होया। ठीक है, टेबल दे विच सारा कुछ एक्सप्लेन किया गया भी ये लॉज दे विच की है। ठीक है, ये लॉ दे विच की है। सो फर्स्टली आपां की करांगे, ये टेबल समझ तो पहला आपां इहनूं कल्ला कल्ला की आ एक्सप्लेन करांगे। ठीक है, हुण देखो आपां नूं पता होना चाहिए भी इत्थे लॉ लिखिया होया। लॉ दा पहला प्रोडक्शन आपां अज स्टार्ट करना जो कि हैगा रिटर्नस टू फैक्टर जिन्हों साधना दे प्रतिफल किया जाता। ठीक है, ਜਦੋਂ ਲॉ ਹੁੰਦਾ ਕਿਸੇ ਵੀ ਚੀਜ਼ ਦਾ, ਇਕਨੋਮਿਕਸ ਦੇ ਵਿੱਚ ਲॉ ਹੁੰਦਾ ਤਾਂ ਪਹਿਲਾਂ ਆਪਾਂ ਉਹਦੀ ਡੈਫੀਨੇਸ਼ਨ ਕਰਦੇ ਹਾਂ, ਦੈਨ ਅਜ਼ੰਪਸ਼ਨਸ ਆਉਂਦੀਆਂ। ਠੀਕ ਹੈ, ਉਹਦੀ ਐਕਸਪਲੇਨੇਸ਼ਨ ਆਉਂਦੀ ਹੈ, ਦੈਨ ਆਪਾਂ ਉਹਦਾ ਇੱਕ ਸਕੈਜੂਲ ਕਰਦੇ ਹਾਂ ਜਿਹਨੂੰ ਟੇਬਲ ਬਣਾਉਂਦੇ ਹਾਂ। ਠੀਕ ਹੈ, ਟੇਬਲ ਤੋਂ ਬਾਅਦ ਉਹਦੇ 'ਤੇ ਟੇਬਲ ਦੇ ਬੇਸ 'ਤੇ ਇੱਕ ਡਾਇਗਰਾਮ ਤਿਆਰ ਹੁੰਦੀ ਹੈ। ਸੋ ਇਹਨਾਂ ਲॉज ਦੀ ਆਪਾਂ ਇੱਦਾਂ ਹੀ ਐਕਸਪਲੇਨੇਸ਼ਨ ਕਰਾਂਗੇ। ਠੀਕ ਹੈ, ਪਹਿਲਾਂ ਅੱਜ ਆਪਾਂ ਫਸਟ ਟੌਪਿਕ ਸਟਾਰਟ ਕਰਦੇ ਹਾਂ ਇਹਦਾ। ਠੀਕ ਹੈ, ਫਸਟ ਜਿਹੜਾ ਲॉ ਆ ਉਹ ਸਟਾਰਟ ਕਰਦੇ ਹਾਂ, ਉਹਦਾ ਨਾਂ ਹੈਗਾ ਰਿਟਰਨਸ ਟੂ ਫੈਕਟਰ। ਹੁਣ ਦੇਖੋ ਰਿਟਰਨਸ ਟੂ ਫੈਕਟਰ ਜਿਹਨੂੰ ਕਿ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਵੀ ਕਿਹਾ ਜਾਂਦਾ। ਠੀਕ ਹੈ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲਾਅ ਹੈਗਾ ਜਿਹਨੂੰ ਪੰਜਾਬੀ ਦੇ ਵਿੱਚ ਘਟਦੇ ਵੱਧਦੇ ਅਨੁਪਾਤ ਦਾ ਨਿਯਮ ਕਿਹਾ ਜਾਂਦਾ ਅਤੇ ਸਾਧਨਾਂ ਦੇ ਪ੍ਰਤੀਫਲ ਦਾ ਨਿਯਮ ਵੀ ਕਿਹਾ ਜਾਂਦਾ। ਠੀਕ ਹੈ, ਤੁਸੀਂ ਯਾਦ ਰੱਖਣਾ ਕਿ ਰਿਟਰਨਸ ਟੂ ਫੈਕਟਰ ਨੂੰ ਹੋਰ ਨਾਮ ਕੀ ਦਿੱਤਾ ਜਾਂਦਾ, ਲਾਅ ਆਫ ਵੇਰੀਏਬਲ ਪ੍ਰਪੋਰਸ਼ਨ। ਠੀਕ ਹੈ, ਹੁਣ ਟੇਬਲ ਕਰਨ ਤੋਂ ਬਾਅਦ ਤੁਸੀਂ ਇਹ ਯਾਦ ਰੱਖਣਾ ਕਿ ਤੁਹਾਡੀ ਬੁੱਕ 'ਤੇ ਪੇਜ ਨੰਬਰ 102 ਠੀਕ ਹੈ, ਇੰਗਲਿਸ਼ ਮੀਡੀਅਮ ਤੇ 118 ਪੰਜਾਬੀ ਮੀਡੀਅਮ ਦੀ ਬੁੱਕ ਦੇ ਵਿੱਚ ਇਹ ਲਾਅ ਦਿੱਤਾ ਗਿਆ। ਠੀਕ ਹੈ, ਟੇਬਲ ਕਰਨ ਤੋਂ ਬਾਅਦ ਸਿੱਧਾ ਆਪਾਂ ਇਹ ਲਾਅ ਕਰਾਂਗੇ। ਠੀਕ ਹੈ, ਇਸ ਦੀ ਐਕਸਪਲੇਨੇਸ਼ਨ ਆਪਾਂ ਸਟਾਰਟ ਕਰਦੇ ਹਾਂ ਹੁਣ। ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਆਕੂਪਾਈਜ਼ ਐਨ ਇੰਪੋਰਟੈਂਟ ਪਲੇਸ ਇਨ ਇਕਨੋਮਿਕ ਥਿਊਰੀ। ਕਹਿੰਦੇ ਇਕਨੋਮਿਕਸ ਦੀਆਂ ਜਿੰਨੀਆਂ ਵੀ ਥਿਊਰੀਜ਼ ਹੁੰਦੀਆਂ ਉਹਦੇ ਵਿੱਚ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਠੀਕ ਹੈ, ਇਹਦਾ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਠੀਕ ਹੈ, ਇਹ ਵਾਲਾ ਲਾਅ। ਹੁਣ ਦੇਖੋ ਇਹ ਲॉज ਦੇ ਵਿੱਚ ਕੀ ਕਿਹਾ ਗਿਆ ਇਹਨਾਂ ਨੇ। ਠੀਕ ਹੈ, ਆਪਾਂ ਨੂੰ ਪਤਾ ਵੀ ਦੋ ਤਰ੍ਹਾਂ ਦੇ ਕੀ ਆ ਜਿਹੜੇ ਫੈਕਟਰ ਇਨਪੁਟਸ ਹੁੰਦੇ ਆ ਜਿਨ੍ਹਾਂ ਨਾਲ ਪ੍ਰੋਡਕਸ਼ਨ ਕੀਤੀ ਜਾਂਦੀ ਆ। ਉਹ ਹੁੰਦੇ ਆ ਇੱਕ ਤਾਂ ਫਿਕਸਡ ਫੈਕਟਰ ਹੁੰਦੇ ਆ। ਠੀਕ ਹੈ, ਜੋ ਆਪਾਂ ਪਹਿਲਾਂ ਹੀ ਪੜ੍ਹ ਲਿਆ ਜਿਵੇਂ ਲੈਂਡ ਹੋ ਗਈ। ਠੀਕ ਹੈ, ਮਸ਼ੀਨਰੀ ਹੋ ਗਈ, ਇੱਦਾਂ ਬਿਲਡਿੰਗ ਹੋ ਗਈ। ਇਸ ਤੋਂ ਬਿਨਾਂ ਇੱਕ ਵੇਰੀਏਬਲ ਫੈਕਟਰਸ ਹੁੰਦੇ ਆ। ਠੀਕ ਹੈ, ਜਿਵੇਂ ਲੇਬਰ ਹੋ ਗਈ। ਠੀਕ ਹੈ, ਇਸ ਤੋਂ ਬਿਨਾਂ ਰॉ ਮਟੀਰੀਅਲ ਹੋ ਗਿਆ। ਹੁਣ ਇਹ ਦੋ ਇਨਪੁਟ ਫੈਕਟਰਸ ਲਏ ਗਏ ਆ, ਇੱਕ ਫਿਕਸਡ ਫੈਕਟਰ ਆ ਅਤੇ ਇੱਕ ਵੇਰੀਏਬਲ ਫੈਕਟਰ ਆ। ਹੁਣ ਤੁਸੀਂ ਇਹ ਯਾਦ ਰੱਖਣਾ ਵੀ ਜਿਹੜਾ ਇਹ ਵੇਰੀਏਬਲ ਪ੍ਰਪੋਰਸ਼ਨ ਦਾ ਲਾਅ ਆ ਉਹ ਕਿਹਦੇ ਨਾਲ ਕੀ ਆ ਡੀਲ ਕਰਦਾ ਇਨ ਸ਼ਾਰਟ ਰਨ ਦੇ ਵਿੱਚ। ਆਪਾਂ ਨੂੰ ਪਤਾ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਸ਼ਾਰਟ ਰਨ ਦੇ ਵਿੱਚ ਜਿਹੜੇ ਫਿਕਸਡ ਫੈਕਟਰ ਹੁੰਦੇ ਆ ਅਤੇ ਇੱਕ ਵੇਰੀਏਬਲ ਫੈਕਟਰ ਹੁੰਦੇ ਆ। ਸ਼ਾਰਟ ਰਨ ਦੇ ਵਿੱਚ ਜਿਹੜੇ ਫਿਕਸਡ ਫੈਕਟਰ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਓਨਲੀ ਜਦੋਂ ਆਪਾਂ ਪ੍ਰੋਡਕਸ਼ਨ ਨੂੰ ਚੇਂਜ ਕਰਨਾ ਤਾਂ ਓਨਲੀ ਜਿਹੜੇ ਵੇਰੀਏਬਲ ਫੈਕਟਰਸ ਨੇ। ਠੀਕ ਹੈ, ਜਿਵੇਂ ਲੇਬਰ ਹੋ ਗਏ, ਇਹਨਾਂ ਨੂੰ ਚੇਂਜ ਕਰਕੇ ਹੀ ਪ੍ਰੋਡਕਸ਼ਨ ਨੂੰ ਵਧਾਇਆ ਘਟਾਇਆ ਜਾ ਸਕਦਾ। ਹੁਣ ਦੇਖੋ ਇਹ ਲਾਅ ਦੇ ਵਿੱਚ ਕੀ ਕਿਹਾ ਗਿਆ, ਕਹਿੰਦੇ ਓਨਲੀ ਬਾਈ ਚੇਂਜਿੰਗ ਵੇਰੀਏਬਲ ਫੈਕਟਰਸ ਲੇਬਰ। ਉਹੀ ਗੱਲ ਆਪਾਂ ਜਿਹੜੀ ਪਹਿਲਾਂ ਕਹਿ ਚੁੱਕੇ ਹਾਂ। ਕਹਿੰਦੇ ਇਸ ਲਾਅ ਦੇ ਅਕੋਰਡਿੰਗ ਕਹਿੰਦੇ ਜਿਹੜਾ ਚੇਂਜ ਆਊਗਾ ਸਿਰਫ ਵੇਰੀਏਬਲ ਫੈਕਟਰ ਦੇ ਵਿੱਚ ਚੇਂਜ ਆਊਗਾ। ਅਤੇ ਇਹਦੇ ਵਿੱਚ ਵੇਰੀਏਬਲ ਫੈਕਟਰ ਕਿਹੜਾ ਲਿਆ ਗਿਆ, ਲੇਬਰ। ਮਤਲਬ ਲੇਬਰ ਨੂੰ 1 ਤੋਂ 2 ਕਰਕੇ 2 ਤੋਂ 3, 3 ਤੋਂ 4। ਠੀਕ ਹੈ, ਇੱਦਾਂ ਲੇਬਰਸ ਨੂੰ ਵਧਾ ਕੇ ਹੀ ਆਊਟਪੁੱਟ ਦੇ ਵਿੱਚ ਚੇਂਜ ਲਿਆਇਆ ਜਾ ਸਕਦਾ, ਆਊਟਪੁੱਟ ਨੂੰ ਵਧਾਇਆ ਜਾ ਸਕਦਾ। ਅਤੇ ਦੂਜੇ ਪਾਸੇ ਜਿਹੜੇ ਫਿਕਸਡ ਫੈਕਟਰ ਆ ਰਿਮੇਨਿੰਗ ਸੇਮ ਆ। ਮਤਲਬ ਜਿਹੜੇ ਫਿਕਸਡ ਫੈਕਟਰ ਆ ਜਿਵੇਂ ਬਿਲਡਿੰਗ ਵਗੈਰਾ, ਲੈਂਡ ਵਗੈਰਾ, ਇਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਊਗਾ। ਠੀਕ ਹੈ, ਇਸ ਤੋਂ ਅੱਗੇ ਦੇਖੋ ਦ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਸਟੇਟਸ ਦੈਟ ਐਜ਼ ਅ ਪ੍ਰਪੋਰਸ਼ਨ ਬਿਟਵੀਨ ਫਿਕਸਡ ਐਂਡ ਵੇਰੀਏਬਲ ਫੈਕਟਰਸ ਇਜ਼ ਚੇਂਜਡ। ਕਹਿੰਦੇ ਇਹ ਲਾਅ ਆਪਾਂ ਨੂੰ ਦੱਸਦਾ ਕਿ ਜਿਹੜਾ ਫਿਕਸਡ ਅਤੇ ਵੇਰੀਏਬਲ ਫੈਕਟਰਸ ਲਗਾਏ ਗਏ ਨੇ। ਠੀਕ ਹੈ, ਉਹਨਾਂ ਦੇ ਜਿਹੜੇ ਅਨੁਪਾਤ ਆ, ਅਨੁਪਾਤਿਕ ਸੰਬੰਧ ਆ, ਜਾਂ ਫਿਰ ਆਪਾਂ ਨੂੰ ਜਿਹੜੇ ਅਨੁਪਾਤ ਵਿੱਚ ਫਿਕਸਡ ਫੈਕਟਰ ਅਤੇ ਵੇਰੀਏਬਲ ਫੈਕਟਰ ਲਗਾਏ ਜਾਂਦੇ ਆ ਉਹ ਚੇਂਜ ਹੁੰਦੇ ਰਹਿੰਦੇ ਆ। ਕਿਵੇਂ, ਕਹਿੰਦੇ ਪਹਿਲਾਂ ਕੀ ਹੋਊਗਾ, ਦਾ ਟੋਟਲ ਪ੍ਰੋਡਕਸ਼ਨ ਐਟ ਫਸਟ ਇਨਕਰੀਜ਼ ਮੋਰ ਦੈਨ ਪ੍ਰਪੋਰਸ਼ਨੇਟਲੀ। ਕਹਿੰਦੇ ਪਹਿਲਾਂ ਜਿਹੜੀ TP ਆ, ਠੀਕ ਹੈ, ਉਹਦੇ ਵਿੱਚ ਕੀ ਫਰਕ ਆਊਗਾ, ਉਹਦੇ ਵਿੱਚ ਵਾਧਾ ਹੋਊਗਾ ਇਨਕਰੀਜ਼ਿੰਗ ਰੇਟ ਦੇ ਨਾਲ। ਮਤਲਬ ਜਿਹੜਾ ਵਾਧਾ ਹੋਊਗਾ ਜਿਵੇਂ 100 ਤੋਂ 200 ਹੋਊਗਾ। ਠੀਕ ਹੈ, ਆਪਾਂ ਕਹਿੰਦੇ ਹਾਂ ਨਾ ਵੀ ਇਹ ਪ੍ਰਪੋਰਸ਼ਨੇਟਲੀ ਵਾਧਾ ਹੋਇਆ। ਮਤਲਬ ਜੇ ਆਪਾਂ 100 ਇਨਪੁਟਸ ਲਗਾਏ ਤਾਂ ਆਊਟਪੁੱਟ ਉਹ ਤੋਂ 200 ਮਿਲੀ।
ठीक है। पर इन्हें लिखिया भी जी पहला फस्ट जी अपनी स्टेज आ उहदे विच की आ फस्टली की होगा TP दे विच प्रपोर्शनेटली मोर दैन प्रपोर्शनेटली वाधा होगा। मतलब जिथे आप कहने भी 100 इनपुट लगाया तो वो तो 200 आउटपुट प्राप्त हुई, पर यह की आ 100 इनपुट लगाने नाल जिहड़ी मोर दैन प्रपोर्शनेटली मतलब मान लो कि 230 की आ अपने कोल आउटपुट प्राप्त हुई। ठीक है। इस तो अगे सैकेंड स्टेज दे विच ये इक्वल टू प्रपोर्शन होगा, मतलब जिन्ना आपां इनपुट लगाई उन्नी ही आउटपुट लगावांगे। ते लास्ट दे विच थर्ड स्टेज दे विच फाइनली लैस दैन प्रपोर्शनेटली, मतलब आपां जिवें हुण इन्ने आउटपुट लगाए ते अपने तो लैस दैन प्रपोर्शनली हुण 200 होना चाहिदा सी। ठीक है। ये कितना हो गया, सिर्फ किन्नी आउटपुट मिली आपां नूं 80। सो ये की हो गया लैस दैन प्रपोर्शनेटली। सो यही इहदा वेरीएबल आ। ठीक है। वेरीएबल प्रपोर्शन दा एक्सप्लेनेशन कीती गई है। ठीक है। जिहदे विच की है TP पहला तो बहुत ज़्यादा इंक्रीज़ होंदा, फिर ठीक है कॉन्सटेंट हो जाता, तो इस तो बाद की है वो डिक्रीज़ होना स्टार्ट हो जाता है। इस तो अगे की है इहदियां कुछ अजम्पशनस ने, ठीक है, जिन्होंने मानतावां कहा जाता है। आपां उन्हां नूं एक्सप्लेन करांगे जो बहुत ही ज़्यादा ईजी ने। देखो जो अगे आप पढ़ के आए हैं उही आप इन्हां विच लिखना। देखो द प्रोडक्शन फंक्शन इज़ वेरीएबल प्रपोर्शन टाइप, सो द आउटपुट कैन बी इंक्रीज्ड ओनली बाय द इंप्लाइंग मोर क्वांटिटी ऑफ द वेरीएबल फैक्टर विद द फिक्सड फैक्टर। ये विच की हुंदा, जो फिक्सड फैक्टर आप मान लिया भी ये फिक्सड होंगे, उन्होंने कोई चेंज नहीं आता। आउटपुट किवें इनक्रीज़ की जाऊगी, आउटपुट दे विच उत्पादन दे विच किवें वाधा किया जाऊगा, सिर्फ आप मजदूरां नूं लगा के, मतलब वेरीएबल फैक्टर्स दे विच की आ उहदी क्वांटिटी नूं वधा के ही की आ आउटपुट नूं वधा सकदे आ। इस तो अगे जिहड़ी टैक्नोलॉजी आ वो रिमेन्स कॉन्सटेंट, मतलब उहदे विच कोई चेंज नहीं आउंदा। ते ये फैक्टर तुहानूं पहलां भी दस्सिया भी शॉर्ट रन दे विच लागू हुंदा है। ठीक है। जिहड़े वेरीएबल फैक्टर लई मतलब जिहड़े लेबल लगा रहे हैं वो होमोजीनियस आ, मतलब वो समरूप रूप नाल काम करदे आ। ठीक है। उन्हां दे विच एफिशिएंसी जिहड़ी कुशलता काम करना दी कुशलता, मतलब वो कोई बीमार नहीं, पूरी तरह तंदुरुस्त आ। ठीक है। इक्को जी की आ प्रोडक्शन करदे आ। सो इस तो अगे देखो सम ऑफ द फैक्टर्स आर फिक्सड। ਆਪਾਂ पढ़िया भी ये अद्धे फैक्टर आ जिहड़े फिक्स आ एंड आउटपुट कैन ओनली बी इनक्रीज। जिहड़ी आउटपुट आ प्रोडक्शन वो काहदे नाल इनक्रीज की जाती है, काहदे नाल उहदे विच वाधा किया जाता बाय चेंजिंग द क्वांटिटी ऑफ वेरीएबल फैक्टर। ये फस्ट फैक्टर के वांगू ही है। ठीक है। फस्ट पॉइंट के वांगू ही है, मतलब फिक्सड फैक्टर होंगे कुछ ते कुछ की है वेरीएबल फैक्टर होंगे। आपां जे कहते आउटपुट के विच वाधा करना तो किवें करांगे, सिर्फ किनू चेंज करके वेरीएबल फैक्टर नूं चेंज करके, मतलब वेरीएबल फैक्टर इत्थे की लग रहा, लेबर लग रहा, उन्हां दी गिनती नूं वधा के ही आपां की है इनक्रीज़ कर सकते हैं। हुण अगे आपां इहनूं की है एक्सप्लेनेशन करदे ऑफ दिस लॉ। हुण देखो इहनूं आपां एक टेबल राहीं एक्सप्लेन करांगे लॉ ऑफ वेरीएबल प्रपोर्शन नूं। आपां इहदे विच पढ़िया कि दो फैक्टर्स ने। ठीक है। एक फिक्सड फैक्टर आ ते एक वेरीएबल फैक्टर आ। ठीक है। हुण देखो आपां नूं पता भी वेरीएबल फैक्टर आपां पहलां लिया सीगा कि इहदे विच आपां वेरीएबल फैक्टर मान लेना भी लेबर आ। ठीक है। अपने कोल ते कैपीटल आ। सो आपां ज़्यादा की आपां लेबर लैके चलांगे। ठीक है। जो कि चेंज हुंदी रहूगी। ते एक फिक्सड फैक्टर आ उहनूं की मन्नांगे, मान लो अपने कोल लैंड आ। ठीक है। इत्थे आपां लिख लांगे लैंड। ठीक है। लेबर जां कैपीटल दोनों लिख लांगे। ठीक है। इहदे विच मतलब कि आपां पहलां भी मन्निया सी कि लैंड ते जिहड़ी लेबर ते कैपीटल आ। ठीक है। वो अपने कोल वेरीएबल फैक्टर्स ने, उन्हां नूं वधा के ही सिर्फ आपां की है प्रोडक्शन दे विच चेंज कर सकते हैं। ते जिहड़े फिक्सड फैक्टर आ उन्हां दे विच कोई चेंज नहीं आऊगा। हुण देखो जिहड़ा फिक्सड फैक्टर आ वो 10 एकड़स लिया गया। हुण आपां नूं पता जमीन किहदे विच हुंदी आ, हैक्टेयर्स दे विच। ठीक है। हुण देखो इन्हां दी एक कॉन्सटेंट रेशो मान लई गई है, मतलब 10 हैक्टेयर जमीन लै लई है जिहदे विच कोई भी चेंज नहीं आउंदा, मतलब ये हमेशा फिक्स रहिंदी आ। फिक्स कितनी होगी 10 हैक्टेयर्स। इस तो अगे जिहड़े लेबर्स ने पहलां जदों काम स्टार्ट नहीं किया सी उदों जीरो लेबर सी, मतलब काम शुरू नहीं होया सी। फिर हौली हौली की है लेबर्स दे विच की है वाधा किया गया। पहलां 1 लेबर सी, 2 3 4 5 6। ठीक है। इस तरह 15 लेबर्स की है लगाए गए। इस तो अगे आपां TP लैनी है। TP किहदे बेस्ड ते लैनी आ, आपां पढ़िया सी भी TP दे विच फस्ट की आ वध इनक्रीजिंग प्रपोर्शन ते, मतलब मोर दैन प्रपोर्शनेटली चेंज होंदी है। मतलब पहला 0 सी, 0 तो सीधा 12 होगी, मतलब टोटल प्रोडक्शन है पहला 12 होगी,
12 ਤੋਂ ਸਿੱਧਾ 28 ਹੋ ਗਈ, ਠੀਕ ਹੈ। ਡਬਲ ਹੋਈ ਜਾਂਦੀ ਹੈ, ਮਤਲਬ ਆਪਾਂ ਕਿਹਾ ਸੀ ਨਾ ਮੋਰ ਦੈਨ ਪ੍ਰਪੋਰਸ਼ਨੇਟਲੀ, ਮਤਲਬ ਅਨੁਪਾਤ ਤੋਂ ਜ਼ਿਆਦਾ। ਸੋ ਇਸ ਤਰ੍ਹਾਂ ਇਹ ਵੱਧਦੀ ਜਾਏਗੀ। ਇਸ ਤੋਂ ਅੱਗੇ ਆਪਾਂ ਪੜ੍ਹਿਆ ਸੀ ਵੀ ਹੌਲੀ ਜਿਹੜੀ TP ਆ ਉਹ ਪ੍ਰਪੋਰਸ਼ਨੇਟਲੀ ਆ ਜੂ, ਮਤਲਬ ਉਹਦੇ ਵਿੱਚ ਥੋੜ੍ਹਾ ਅਨੁਪਾਤਿਕ ਵਾਧਾ ਹੋਣ ਲੱਗ ਜੂ। ਕਹਿੰਦੇ ਵਾਧਾ ਤਾਂ ਹੋਊਗਾ ਪਰ ਘੱਟ ਦਰ ਨਾਲ। ਇੱਥੋਂ ਤਾਂ ਦੇਖੋ ਬਹੁਤ ਤੇਜ਼ੀ ਨਾਲ ਵੱਧ ਰਹੀ ਆ, ਠੀਕ ਹੈ। 12 ਤੋਂ ਸਿੱਧਾ 28 ਹੋ ਰਹੀ ਆ, ਠੀਕ ਹੈ। ਇਸ ਤੋਂ ਅੱਗੇ ਕੀ ਆ, ਜਿਹੜੀ ਪ੍ਰਪੋਰਸ਼ਨੇਟਲੀ ਆ, ਮਤਲਬ ਇਹਦੇ ਵਿੱਚ ਵਾਧਾ ਹੁੰਦਾ, TP ਦੇ ਵਿੱਚ ਸਲੋਲੀ ਵਾਧਾ ਹੁੰਦਾ, ਮਤਲਬ ਇਹ 126 ਤੋਂ 136 ਹੋ ਰਹੀ ਹੈ, ਮਤਲਬ 10 ਲਗਭਗ 10 AP ਦੇ ਇਹਦੇ ਵਿੱਚ ਜਾਂ ਫਿਰ MP ਦਾ ਵਾਧਾ ਆਉਂਦਾ, ਠੀਕ ਹੈ। ਇਸ ਤੋਂ ਅੱਗੇ ਦੇਖੋ ਕਹਿੰਦੇ ਜਿਹੜੀ TP ਆ ਇਸ ਲੈਵਲ ਤੋਂ ਅੱਗੇ ਕੀ ਆ, ਕੌਂਸਟੈਂਟ ਹੋ ਜੂਗੀ। ਕੌਂਸਟੈਂਟ ਤੋਂ ਬਾਅਦ ਇਹ ਕੀ ਆ, ਘਟਣੀ ਸ਼ੁਰੂ ਹੋ ਜੂਗੀ, ਠੀਕ ਹੈ। ਇਹੀ ਆਪਾਂ ਲੌ 'ਚ ਅੱਗੇ ਪੜ੍ਹ ਕੇ ਆਏ ਹਾਂ। ਸੋ ਦੇਖੋ ਜਦੋਂ ਆਪਣੇ ਕੋਲ TP ਹੈਗੀ ਆ ਤਾਂ ਆਪਾਂ TP ਤੋਂ AP ਆਸਾਨੀ ਨਾਲ ਪਤਾ ਕਰਾਂਗੇ। ਕਿਵੇਂ? ਜਦੋਂ TP ਓਵਰ L ਕਰ ਦਾਂਗੇ ਤਾਂ ਆਪਣੇ ਕੋਲ AP ਪ੍ਰਾਪਤ ਹੋ ਜੂਗੀ, ਠੀਕ ਹੈ। ਹੁਣ ਦੇਖੋ TP ਤੋਂ ਆਪਾਂ MP ਵੀ ਪਤਾ ਕਰ ਸਕਦੇ ਹਾਂ। MP ਕਿਵੇਂ ਪਤਾ ਕਰਦੇ ਹਾਂ, ਠੀਕ ਹੈ। ਇਹਦੇ ਵਿੱਚੋਂ ਪਿਛਲਾ ਮਾਈਨਸ ਕਰਕੇ ਦੇਖੋ, 0 'ਚੋਂ ਪਿਛਲਾ ਕੁਛ ਨਹੀਂ ਸੀ, ਇਸ ਲਈ ਉਹ 0 ਹੀ ਰਹਿ ਗਿਆ, ਠੀਕ ਹੈ। ਹੁਣ ਦੇਖੋ ਜਦੋਂ ਆਪਾਂ 12 ਮਾਈਨਸ 0 ਕਰਾਂਗੇ ਤਾਂ ਇਹ ਕੀ ਆਊਗਾ, 12, ਠੀਕ ਹੈ। 28 ਮਾਈਨਸ 12 ਕਰਾਂਗੇ ਤਾਂ ਇਸ ਤਰ੍ਹਾਂ ਆਪਣੇ ਕੋਲ ਕੀ ਆ ਜੂ, 16, ਠੀਕ ਹੈ। 48 ਮਾਈਨਸ 28 ਕਰਾਂਗੇ ਤਾਂ ਆਪਣੇ ਕੋਲ 20, ਠੀਕ ਹੈ। ਇਸੇ ਤਰ੍ਹਾਂ ਕੀ ਆ, ਆਪਾਂ ਸਾਰੀ MP ਆ ਜਿਹੜੀ ਉਹ ਕੱਢ ਲਵਾਂਗੇ। ਹੁਣ ਦੇਖੋ ਇਸ ਤੋਂ ਬਾਅਦ ਫਸਟ ਸਟੇਜ 'ਤੇ ਆਪਾਂ ਦੇਖਿਆ ਕਿ ਜਿਹੜੀ TP ਇਜ਼ ਇਨਕਰੀਜ਼ਿੰਗ ਐਟ ਦਾ ਇਨਕਰੀਜ਼ਿੰਗ ਰੇਟ, ਮਤਲਬ ਜਿਹੜੀ TP ਆ, ਠੀਕ ਹੈ, ਇਨਕਰੀਜ਼ ਹੋ ਰਹੀ ਆ, ਠੀਕ ਹੈ। ਆਪਾਂ ਵੀ ਦੇਖਿਆ ਵੀ TP ਇਨਕਰੀਜ਼ ਹੋ ਰਹੀ ਆ ਇਨਕਰੀਜ਼ਿੰਗ ਰੇਟ, ਮਤਲਬ ਇਹ ਵੱਧ ਵੀ ਰਹੀ ਆ ਅਤੇ ਬਹੁਤ ਜ਼ਿਆਦਾ ਵੱਧ ਰਹੀ ਆ, ਠੀਕ ਹੈ। ਇਨਕਰੀਜ਼ਿੰਗ ਰੇਟ 'ਤੇ ਵੱਧ ਰਹੀ ਆ। ਫਿਰ ਇੱਕ ਇਹੋ ਜਿਹਾ ਲੈਵਲ ਆ ਜਾਣਾ ਜਿੱਥੇ AP ਤੇ MP ਇੱਕ ਦੂਜੇ ਦੇ ਇਕੁਅਲ ਹੋ ਜਾਣਗੇ। ਉਹ ਕੀ ਆ, ਆਹ ਵਾਲਾ ਪੁਆਇੰਟ ਆ, ਠੀਕ ਹੈ। ਅੱਗੇ ਆ ਜੂਗੀ ਸੈਕਿੰਡ ਸਟੇਜ। ਇਹਦੇ ਵਿੱਚ ਕੀ ਹੋਊਗਾ, ਕਹਿੰਦੇ ਜਿਹੜੀ ਸੈਕਿੰਡ ਸਟੇਜ ਦੇ ਵਿੱਚ ਕੀ ਆ, ਦੇਖੋ ਕਹਿੰਦੇ TP ਦੇ ਵਿੱਚ ਵਾਧਾ ਤਾਂ ਹੋ ਰਿਹਾ ਪਰ ਡਿਮਨੀਸ਼ਿੰਗ ਰੇਟ ਦੇ ਨਾਲ, ਪਰ ਓਨਾ ਨਹੀਂ ਜਿੰਨਾ ਪਹਿਲਾਂ ਹੋ ਰਿਹਾ ਸੀ, ਠੀਕ ਹੈ। ਇਹ ਸੈਕਿੰਡ ਸਟੇਜ ਹੋ ਗਈ। ਇਸ ਤੋਂ ਬਾਅਦ ਜਿੱਥੇ MP 0 ਆਈ ਅਤੇ ਉੱਥੇ ਕੀ ਹੋਊਗਾ, ਜਿਹੜੀ TP ਉਹ ਮੈਕਸੀਮਾਈਜ਼ ਹੋ ਜੂਗੀ। ਹੁਣ ਆਪਾਂ ਦੇਖਾਂਗੇ ਵੀ MP ਇੱਥੇ ਕਿੰਨੀ ਆ, 0 ਆ ਗਈ, ਅਤੇ TP ਕਿੰਨੀ ਹੋਣੀ ਚਾਹੀਦੀ ਹੈ, ਮੈਕਸੀਮਮ ਹੋਣੀ ਚਾਹੀਦੀ ਹੈ। ਇਹਦੇ ਸਾਹਮਣੇ ਦੇਖਾਂਗੇ ਤਾਂ 156 ਕੀ ਆ, ਠੀਕ ਹੈ। TP ਇੱਥੇ ਮੈਕਸੀਮਾਈਜ਼ ਆ। ਇਸ ਤੋਂ ਬਾਅਦ ਕੀ ਇਹ ਘਟਣੀ ਸ਼ੁਰੂ ਹੋ ਜਾਊਗੀ। ਸੋ ਜਿੱਥੇ ਇਹ ਮਾਈਨਸ ਹੋ ਜੂਗੀ, ਠੀਕ ਹੈ, MP ਮਾਈਨਸ ਹੋ ਜੂਗੀ, ਉੱਥੇ ਕੀ ਹੈ, ਇਹਦੀ ਥਰਡ ਸਟੇਜ ਸਟਾਰਟ ਹੋ ਜੂਗੀ। ਇਸ ਤੋਂ ਅੱਗੇ ਆਪਾਂ ਇਹਦੀ ਡਾਇਗਰਾਮ ਕਰਾਂਗੇ। ਦੇਖੋ ਡਾਇਗਰਾਮ ਬਣਾਉਣ ਤੋਂ ਪਹਿਲਾਂ ਆਪਾਂ ਕੀ ਪੁਆਇੰਟਸ ਲੈਣੇ ਆ, 0 Y ਐਕਸਿਸ ਤੇ X ਐਕਸਿਸ। X ਐਕਸਿਸ ਤੇ ਆਪਾਂ ਦੋ ਚੀਜ਼ਾਂ ਲਈਆਂ ਸੀ, ਇੱਕ ਡੋਜ਼ਸ ਆਫ ਲੇਬਰ ਐਂਡ ਕੈਪੀਟਲ, ਤੇ ਇਧਰਲੀ ਸਾਈਡ ਤੇ ਆਪਾਂ ਕੀ ਬਣਾ ਰਹੇ ਹਾਂ, TP ਬਣਾ ਰਹੇ ਹਾਂ, AP ਬਣਾ ਰਹੇ ਹਾਂ ਤੇ MP ਬਣਾ ਰਹੇ ਹਾਂ। ਉਸੇ ਤਰ੍ਹਾਂ ਇਹ ਕਰਵਸ ਬਣ ਗਈਆਂ। ਹੁਣ ਇਹ ਡਾਇਗਰਾਮ ਨੂੰ ਆਪਾਂ ਫ੍ਰੀ ਹੈਂਡ ਬਣਾਉਣਾ। ਫ੍ਰੀ ਹੈਂਡ ਦਾ ਮਤਲਬ ਹੁੰਦਾ ਬਿਨਾਂ ਪੁਆਇੰਟਸ ਤੋਂ। ਪਹਿਲਾਂ ਆਪਾਂ ਕੀ ਦੇਖਿਆ ਵੀ ਸਟੇਜ ਫਸਟ ਦੇ ਵਿੱਚ ਇਹ ਕੀ ਆ, ਜਿਹੜੀ TP ਆ, ਠੀਕ ਹੈ, 0 ਤੋਂ ਸਟਾਰਟ ਹੋ ਕੇ ਅੱਗੇ ਵੱਧਦੀ ਜਾਂਦੀ ਹੈ, ਠੀਕ ਹੈ, ਵੱਧਦੀ ਜਾ ਰਹੀ ਆ, ਉੱਦਾਂ ਹੀ ਆਪਾਂ ਇਹਨੂੰ ਵੱਧਦੀ ਜਾਵਾਂਗੇ, ਠੀਕ ਹੈ। ਇੱਕ ਪੁਆਇੰਟ ਆ ਜਾਊਗਾ ਜਿੱਥੇ ਆਪਾਂ ਦੇਖਿਆ ਸੀਗਾ ਕਿ ਜਿਹੜੀ ਆਪਣੀ TP ਆ, ਠੀਕ ਹੈ, ਉਹ ਕੀ ਹੋ ਜਾਂਦੀ ਆ, 156 ਤੇ 156, ਠੀਕ ਹੈ। ਉੱਥੇ ਮਤਲਬ ਆਪਾਂ ਥੋੜ੍ਹੀ ਜਿਹੀ ਇਹ ਕੌਂਸਟੈਂਟ ਬਣਾ ਦੇਣੀ ਹੈ ਵੀ 2 ਪੁਆਇੰਟਸ 'ਤੇ ਇਹ ਕੌਂਸਟੈਂਟ ਰਹਿੰਦੀ ਆ। ਇਸ ਤੋਂ ਬਾਅਦ ਆਪਾਂ ਦੇਖਿਆ ਕਿ ਜਿਹੜੀ TP ਆ ਉਹ 154 ਤੇ 50 ਹੋ ਜਾਂਦੀ ਹੈ, ਮਤਲਬ ਉਹ ਡਿਕਰੀਜ਼ ਹੋਣ ਲੱਗ ਜਾਂਦੀ ਹੈ। ਸੋ ਆਪਾਂ ਇਹਨੂੰ ਡਿਕਰੀਜ਼ ਕਰਾਂਗੇ। ਇਸ ਤਰ੍ਹਾਂ ਆਪਣੇ ਕੋਲ ਇਹ TP ਕਰਵ ਆ ਜਿਹੜੀ ਉਹ ਬਣ ਕੇ ਤਿਆਰ ਹੋ ਜੂਗੀ, ਠੀਕ ਹੈ। ਇਸ ਤੋਂ ਅੱਗੇ ਆਪਾਂ ਬਣਾਉਣੇ ਆ AP ਕਰਵ। AP ਕਰਵ ਦੀ ਆਪਾਂ ਸਟਾਰਟਿੰਗ ਪੁਆਇੰਟ ਦੇਖਾਂਗੇ ਵੀ ਇਹ ਵੀ 0 ਤੋਂ ਸਟਾਰਟ ਹੁੰਦੀ ਹੈ। ਸੋ ਆਪਾਂ ਇਹ ਵੀ 0 ਤੋਂ ਸਟਾਰਟ ਕਰਾਂਗੇ। ਦੇਖੋ ਇਹ ਹੌਲੀ ਹੌਲੀ ਕੀ ਆ, ਵੱਧਦੀ ਜਾਂਦੀ ਆ AP, ਤੇ ਬਾਅਦ ਦੇ ਵਿੱਚ ਕੀ ਆ, ਹੌਲੀ ਹੌਲੀ ਡਿਕਰੀਜ਼ ਹੁੰਦੀ ਜਾਂਦੀ ਹੈ, ਠੀਕ ਹੈ। ਇਸ ਤਰ੍ਹਾਂ ਇੱਥੇ ਤੱਕ ਵੱਧਦੀ ਜਾਊਗੀ ਤੇ ਇੱਕ ਪੁਆਇੰਟ ਤੋਂ ਬਾਅਦ ਇਹ ਘਟਣੀ ਸ਼ੁਰੂ ਹੋ ਜਾਊਗੀ। ਸੋ ਆਪਾਂ AP ਦੀ ਸ਼ੇਪ ਇਸ ਤਰ੍ਹਾਂ ਬਣਾ ਦੇਣੀ ਆ। ਸੋ ਆਪਣੇ ਕੋਲ ਇਹ ਕੀ ਹੋ ਗਈ, AP ਕਰਵ ਬਣ ਕੇ ਤਿਆਰ ਹੋ ਗਈ, ਠੀਕ ਹੈ। ਇਹਦੇ ਵਿੱਚ ਦੇਖੋ ਆਪਾਂ ਦੇਖਿਆ ਵੀ AP ਕਰਵ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਕੋਈ ਵੀ ਮਾਈਨਸ ਦਾ ਪੁਆਇੰਟ ਨਹੀਂ ਆ ਰਿਹਾ, ਠੀਕ ਹੈ। ਸੋ ਇਹ ਕੀ ਹੈ, ਪੋਜ਼ੀਟਿਵ ਰਹੂਗੀ। ਇਹ ਤੁਸੀਂ ਯਾਦ ਰੱਖਣਾ ਵੀ AP ਕਰਵ ਆ ਕਦੇ ਵੀ ਨੈਗੇਟਿਵ ਸਲੋਪਡ ਨਹੀਂ ਹੁੰਦੀ, ਮਤਲਬ ਨੈਗੇਟਿਵ ਨਹੀਂ ਜਾਂਦੀ।
ਹੁਣ ਆਪਾਂ ਬਣਾਉਂਦੇ ਆ ਐਮਪੀ ਕਰਵ। ਐਮਪੀ ਕਰਵ ਆਪਾਂ ਨੂੰ ਪਤਾ ਪਹਿਲਾਂ 0 ਹੁੰਦੀ ਹੈ, ਸੋ ਇਹ ਵੀ 0 ਤੋਂ ਸਟਾਰਟ ਹੋਊਗੀ। ਠੀਕ ਹੈ, ਆਪਾਂ ਦੇਖਦੇ ਹਾਂ ਵੀ ਐਮਪੀ ਕਰਵ ਤੇਜ਼ੀ ਦੇ ਨਾਲ ਵੱਧਦੀ ਆ। ਠੀਕ ਹੈ, ਆਪਦੇ ਮੈਕਸੀਮਮ ਪੁਆਇੰਟ ਤੇ ਆ ਜਾਂਦੀ ਹੈ ਤੇ ਤੇਜ਼ੀ ਨਾਲ ਮੈਕਸੀਮਮ ਪੁਆਇੰਟ ਤੋਂ ਨੀਚੇ ਆਉਣ ਲੱਗ ਜਾਂਦੀ ਹੈ। ਠੀਕ ਹੈ, ਨੀਚੇ ਆਉਂਦੀ ਆਉਂਦੀ ਇਹ ਕੀ ਹੈ 0 ਹੋ ਜਾਂਦੀ ਹੈ। ਸੋ 0 ਲਾਈਨ ਇੱਥੇ ਹੈ, 0 ਨੂੰ ਕੱਟੂਗੀ ਤੇ ਫਿਰ ਹੌਲੀ ਹੌਲੀ ਕੀ ਹੈ ਨੈਗੇਟਿਵ ਹੋ ਜਾਂਦੀ ਹੈ ਤੇ ਨੀਚੇ ਚਲੀ ਜਾਂਦੀ ਹੈ। ਤਾਂ ਕਰਕੇ ਐਮਪੀ ਕਰਵ ਆਪਾਂ ਨੀਚੇ ਤੱਕ ਬਣਾਉਣੀ ਆ। ਠੀਕ ਹੈ, ਜਿਹਦੇ ਵਿੱਚ 0 ਪੁਆਇੰਟ ਵੀ ਹੋਵੇ ਤੇ ਨੈਗੇਟਿਵ ਕਰਵ ਵੀ ਹੋਵੇ, ਨੈਗੇਟਿਵ ਪੁਆਇੰਟ ਵੀ ਹੋਵੇ। ਸੋ ਇਹ ਕੀ ਹੋ ਗਿਆ ਆਪਣੇ ਕੋਲ ਐਮਪੀ ਕਰਵ। ਇਸ ਤੋਂ ਅੱਗੇ ਆਪਾਂ ਇਹਨੂੰ ਸਟੇਜ ਦੇ ਵਿੱਚ ਕੀ ਹੈ ਡਿਵਾਈਡ ਕਰਦੇ ਹਾਂ।